ਗੁੱਡ ਮਾਰਨਿੰਗ ਸਟੂਡੈਂਟਸ। ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਸਟੱਡੀ ਕਰ ਰਹੇ ਹੋ। ਸੋ ਅੱਜ ਆਪਾਂ ਕੰਟੀਨਿਊ ਕਰ ਰਹੇ ਹਾਂ ਚੈਪਟਰ ਨੰਬਰ 7 ਵਾਊਚਰ। ਇਹਦੇ ਵਿੱਚ ਆਪਾਂ ਡਿਸਕਸ ਕਰਨਾ ਹੈ ਕਿ ਜੋ ਆਪਾਂ ਪਹਿਲਾਂ ਕਨਸੈਪਟ ਕਰ ਰਹੇ ਸੀ, ਠੀਕ ਹੈ, ਉਸ ਦੇ ਵਿੱਚ ਆਪਾਂ ਨੂੰ ਇੰਟਰਨਲ ਸੋਰਸ ਆਫ ਐਕਸਟਰਨਲ ਸੋਰਸ ਆਫ ਵਾਊਚਰ ਔਰ ਇੰਟਰਨਲ ਸੋਰਸ ਆਫ ਵਾਊਚਰ ਆ ਜਿਹੜਾ ਉਹ ਪੁਆਇੰਟਸ ਸੀ ਜੋ ਕਿ ਇੱਕ ਵਾਊਚਰਸ ਦੀਆਂ ਟਾਈਪਸ ਦੇ ਵਿੱਚ ਆ ਜਾਂਦੇ ਆ, ਠੀਕ ਹੈ। ਬਟ ਹੁਣ ਜੋ ਅੱਜ ਕਨਸੈਪਟ ਕੰਪਲੀਟ ਕਰਨਾ ਹੈ ਉਹਦੇ ਵਿੱਚ ਆਪਾਂ ਦੇਖਣਾ ਹੈ ਕਿ ਜਿਹੜਾ ਇੰਟਰਨਲ ਸੋਰਸ ਆਫ ਵਾਊਚਰ ਉਹ ਕੀ ਹੈ। ਪਹਿਲਾਂ ਵਾਲੇ ਕਨਸੈਪਟ ਦੇ ਵਿੱਚ ਐਕਸਟਰਨਲ ਸੋਰਸ ਆਫ ਵਾਊਚਰ ਆ ਜਿਹੜਾ ਉਹ ਕੰਪਲੀਟ ਹੋ ਚੁੱਕਿਆ। ਆਪਾਂ ਉਸ ਤੋਂ ਬਾਅਦ ਜਿਹੜੀ ਸੈਕਿੰਡ ਟਾਈਪ ਹੈ ਉਹ ਅੱਜ ਕੰਪਲੀਟ ਕਰਨੀ ਹੈ। ਤਾਂ ਫਸਟ ਦੇਖੋ ਕਿ ਜਿਹੜੇ ਇਹ ਐਕਸਟਰਨਲ ਸੀਗੇ ਉਹ ਤਾਂ ਆਊਟਸਾਈਡਰ ਸੀਗੇ, ਬਟ ਜਿਹੜੇ ਇੰਟਰਨਲ ਨੇ, ਠੀਕ ਹੈ, ਉਹ ਵਿਦਿਨ ਇੱਕ ਕੰਪਨੀ ਜਾਂ ਵਿਦਿਨ ਇੱਕ ਜਿਹੜੀ ਸੰਸਥਾ ਹੈ ਉਹਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਕਿਹਦੇ ਲਈ? ਠੀਕ ਹੈ, ਇੱਕ ਥਰਡ ਪਾਰਟੀ ਦੇ ਲਈ, ਠੀਕ ਹੈ। ਉਹਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਣਗੀਆਂ? ਪਹਿਲਾਂ ਆ ਜਾਏਗੀ ਪੇ ਇਨ ਸਲਿੱਪ, ਠੀਕ ਹੈ। ਪੇ ਇਨ ਸਲਿੱਪ ਹੁੰਦੀ ਹੈ ਜਿਹੜੀ ਉਹ ਇੱਕ ਤਰ੍ਹਾਂ ਦੀ ਡਿਪੋਜ਼ਿਟ ਸਲਿੱਪ ਹੁੰਦੀ ਆ, ਠੀਕ ਹੈ। ਪੈਸੇ ਨੂੰ ਜਮ੍ਹਾਂ ਕਰਾਉਣ ਦੀ ਰਸੀਦ ਬੋਲ ਸਕਦੇ ਆ ਜਿਹਨੂੰ ਅਸੀਂ, ਠੀਕ ਹੈ। ਵੀ ਇੱਕ ਕਸਟਮਰ ਨੇ, ਇੱਕ ਪਰਸਨ ਨੇ ਜਦੋਂ ਪੈਸੇ ਜਮ੍ਹਾਂ ਕਰਵਾਏ ਤਾਂ ਉਹ ਇੱਕ ਵਾਊਚਰ ਭਰ ਕੇ ਦਿੰਦਾ ਹੈ ਜਿਹਦੇ ਵਿੱਚ ਉਹ ਦੱਸਦਾ ਹੈ ਕਿ ਮੈਂ ਇੰਨੇ ਪੈਸੇ ਜਿਹੜੇ ਉਹ ਇਸ ਜਗ੍ਹਾ 'ਤੇ ਇੰਨੀ ਤਰੀਕ ਨੂੰ ਜਮ੍ਹਾਂ ਕਰਵਾਤੇ ਆ। ਬ੍ਰਾਂਚ ਨੇਮ ਜੋ ਵੀ ਆ ਉਹ ਆਪਾਂ ਨੂੰ ਵਾਊਚਰ ਜਿਹੜਾ ਉਹ ਮਿਲ ਜਾਂਦਾ। ਔਰ ਇਹ ਜਿਹੜਾ ਚੈੱਕ ਹੋਏਗਾ ਜਾਂ ਕੋਈ ਕੈਸ਼ ਹੋਏਗਾ ਇਹ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਉਂਦੇ ਟਾਈਮ ਜਿਹੜਾ ਉਹ ਫਿਲ ਕੀਤਾ ਜਾਊਗਾ। ਅਤੇ ਇਹਦੇ ਵਿੱਚ ਬੈਂਕ ਆ ਜਿਹੜੀ ਉਹ ਦੋ ਚੀਜ਼ਾਂ ਨੂੰ ਲੈ ਕੇ ਜਾਂਦੀ ਹੈ। ਦੋ ਇਹਦੇ ਵਿੱਚ ਪਾਰਟੀਜ਼ ਆ ਜਿਹੜੀਆਂ ਉਹ ਸ਼ਾਮਿਲ ਹੁੰਦੀਆਂ, ਕੰਸਿਸਟ ਹੁੰਦੀਆਂ ਦੋ ਮੇਨ ਪਾਰਟੀਜ਼, ਠੀਕ ਹੈ। ਉਹ ਕਿਹੜੀਆਂ ਨੇ? ਇੱਕ ਤਾਂ ਬੋਡੀ ਆਫ ਦਾ ਰਿਸਿਪਟ ਹੁੰਦੀ ਆ, ਠੀਕ ਹੈ। ਇੱਕ ਹੁੰਦਾ ਕਾਊਂਟਰਫੋਲੀਓ। ਇਟ ਮੀਨਸ ਕਿ ਇੱਕ ਪਰਸਨ ਕੋਲ ਰਹਿ ਜਾਂਦੀ ਹੈ ਸਲਿੱਪ, ਇੱਕ ਜਿਹੜੀ ਸਲਿੱਪ ਹੁੰਦੀ ਆ ਉਹ ਬੈਂਕ ਦੇ ਕੋਲ ਹੀ ਰਹਿ ਜਾਂਦੀ ਆ, ਠੀਕ ਹੈ। ਤਾਂ ਜਿਹੜਾ ਕਸਟਮਰ ਆ ਉਹਨੂੰ ਇੱਕ ਵਾਰੀ ਦੋਨੋਂ ਹੀ ਭਰਨੀਆਂ ਪੈਂਦੀਆਂ ਜਿਹਦੇ ਵਿੱਚ ਦੋਨੋਂ ਸਾਈਡ ਉਹਨੂੰ ਆਪਣੀ ਜਿਹੜੇ ਸਾਈਨ ਵਗੈਰਾ ਕਰਨੇ ਪੈਂਦੇ ਆ, ਦੋਨੋਂ ਸਾਈਡ ਚੈੱਕ ਵਗੈਰਾ ਅਮਾਊਂਟ ਵਗੈਰਾ ਫਿਲ ਕਰਨੀ ਪੈਂਦੀ ਆ, ਠੀਕ ਹੈ। ਤਾਂ ਜਿਹੜੀ ਮੇਨ ਬੋਡੀ ਹੁੰਦੀ ਹੈ ਸਲਿੱਪ ਦੀ ਉਹ ਬੈਂਕ ਕੋਲੇ ਰਹਿ ਜਾਂਦੀ ਹੈ ਅਤੇ ਜਿਹੜੀ ਕਾਊਂਟਰ ਵੈਲਿਊ ਹੁੰਦੀ ਆ ਉਹ ਜਿਹਦੇ ਉੱਪਰ ਸਟੈਂਪ ਵਗੈਰਾ ਲੱਗੀ ਹੁੰਦੀ ਹੈ, ਸਾਈਨ ਵਗੈਰਾ ਹੁੰਦੇ ਆ, ਉਹ ਕਸਟਮਰ ਕੋਲੇ ਚਲੀ ਜਾਂਦੀ ਆ, ਠੀਕ ਹੈ। ਤਾਂ ਉਹ ਕਸਟਮਰ ਦੇ ਲਈ ਇੱਕ ਸੋਰਸ ਆਫ ਡਾਕੂਮੈਂਟ ਹੋਏਗਾ ਜਿਹਦੇ ਵਿੱਚ ਉਹਨੂੰ ਇਹ ਪਤਾ ਚੱਲਦਾ ਕਿ ਮੈਂ ਜੋ ਪੈਸੇ ਜਮ੍ਹਾਂ ਕਰਾਏ ਆ ਮੇਰੇ ਕੋਲ ਉਸ ਚੀਜ਼ ਦਾ ਸਬੂਤ ਹੈ, ਠੀਕ ਹੈ। ਸੋ ਜਿਵੇਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਆਹ ਜਿਹੜੀ ਮੇਨ ਬੋਡੀ ਸਲਿੱਪ ਆ, ਠੀਕ ਹੈ, ਆਹ ਹੈਗੀ ਕਾਊਂਟਰਫੋਲੀਓ। ਜਦੋਂ ਵੀ ਕੋਈ ਪਰਸਨ ਜਾਂਦਾ ਹੈ ਜਮ੍ਹਾਂ ਕਰਵਾਉਂਦਾ ਹੈ ਆਪਣੀ ਕੋਈ ਵੀ ਅਮਾਊਂਟ ਆ ਤਾਂ ਉਹਦੇ ਕੋਲੇ ਆਹ ਵਾਲੀ ਸਲਿੱਪ ਜਿਹੜੀ ਉਹਨੂੰ ਕੱਟ ਕੇ ਦੇ ਦਿੱਤੀ ਜਾਂਦੀ ਹੈ। ਫਿਲ ਦੋਨੋਂ ਸਾਈਡ ਹੀ ਹੁੰਦੀ ਆ। ਆਹ ਵਾਲੀ ਸਲਿੱਪ ਕਸਟਮਰ ਨੂੰ ਮਿਲ ਜਾਂਦੀ ਆ ਔਰ ਆਹ ਵਾਲੀ ਸਲਿੱਪ ਆ ਜਿਹੜੀ ਉਹ ਇੱਕ ਬੈਂਕ ਦੇ ਕੋਲ ਹੀ ਰਹਿ ਜਾਂਦੀ ਆ। ਤਾਂ ਦੋਨੋਂ ਇਹ ਪ੍ਰੂਫ ਹੁੰਦੇ ਨੇ ਕਿ ਬੈਂਕ ਦੇ ਵਿੱਚ ਪਰਸਨ ਨੇ ਪੈਸਾ ਜਿਹੜਾ ਉਹ ਇੱਕ ਵਾਰੀ ਜਮ੍ਹਾਂ ਕਰਵਾ ਚੁੱਕਿਆ ਹੈ, ਉਹਨੇ ਡਿਪੋਜ਼ਿਟ ਕਰਵਾ ਚੁੱਕਿਆ ਹੈ। ਨੈਕਸਟ ਹੈ ਚੈੱਕ। ਚੈੱਕ ਜਿਹੜਾ ਉਹ ਆਲਮੋਸਟ ਸਭ ਨੂੰ ਇਸ ਚੀਜ਼ ਦਾ ਬੇਸਿਕ ਮੀਨਿੰਗ ਪਤਾ ਹੈ ਕਿ ਜਿਹੜੀ ਚੈੱਕ ਆ ਉਹ ਇਹ ਪੈਸੇ ਪੇਮੈਂਟ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ ਜਿਹਦੇ ਵਿੱਚ ਕਿਸੇ ਵੀ ਪਰਸਨ ਨੂੰ ਇੱਕ ਚੈੱਕ ਫਿਲ ਕਰਨ ਦੀ ਜ਼ਰੂਰਤ ਪਏਗੀ ਜਿਹਦੇ ਵਿੱਚ ਅਕਾਊਂਟ ਨੇਮ, ਪ੍ਰੋਪਰ ਇਨਫੋਰਮੇਸ਼ਨ ਹੈ ਜਿਹੜੀ ਉਹ ਲਿਖੀ ਜਾਂਦੀ ਹੈ, ਠੀਕ ਹੈ। ਕੋਈ ਪੈਸਾ ਜਿਹੜਾ ਦੇਣਾ ਹੁੰਦਾ ਹੈ ਜਾਂ ਕਿਸੇ ਤੋਂ ਪੈਸਾ ਲੈਣਾ ਹੁੰਦਾ ਵਾਪਸ ਤਾਂ ਉਸ ਟਾਈਮ 'ਤੇ ਚੈੱਕ ਆ ਜਿਹੜੇ ਉਹ ਭਰੇ ਜਾਂਦੇ ਆ। ਤਾਂ ਦੇਖੋ ਇੱਕ ਪੇਮੈਂਟ ਕਰਨ ਦੇ ਲਈ ਕੀਤਾ ਜਾਂਦਾ ਜਿਹਦੇ ਵਿੱਚ ਇੱਕ ਮੇਨ ਬੋਡੀ ਜਿਹੜੀ ਉਹ ਚੈੱਕ ਹੀ ਰਹਿੰਦੀ ਹੈ, ਠੀਕ ਹੈ। ਕਾਊਂਟਰਫੋਲੀਓ ਜਿਹੜਾ ਉਹ ਕੀ ਜਿਹੜਾ ਪਰਸਨ ਹੋਏਗਾ ਡਰॉ ਕਰ ਰਿਹਾ, ਚੈੱਕ ਨੂੰ ਬਣਾ ਰਿਹਾ, ਉਹ ਖੁਦ ਹੀ ਉਹਦੇ ਕੋਲ ਹੋਏਗੀ ਇਨਫੋਰਮੇਸ਼ਨ, ਚੈੱਕ ਬੁੱਕ ਉਹਦੇ ਕੋਲ ਹੋਏਗੀ, ਠੀਕ ਹੈ। ਤਾਂ ਉਹ ਸਾਰੀ ਇਨਫੋਰਮੇਸ਼ਨ ਉਹਦੇ ਵਿੱਚ ਰਿਕਾਰਡ ਹੁੰਦੀ ਹੈ ਕਿ ਮੇਰਾ ਚੈੱਕ ਨੰਬਰ ਕਿੰਨਾ ਹੈ, ਮੈਂ ਕਿਹੜੀ ਪਰਸਨ ਨੂੰ ਦੇ ਰਿਹਾ, ਕੀ ਨੇਮ ਵਗੈਰਾ, ਉਹ ਪ੍ਰੋਪਰ ਇਨਫੋਰਮੇਸ਼ਨ ਹੈ ਜਿਹੜੀ ਉਹਦੇ ਕੋਲ ਹੋਏਗੀ। ਤਾਂ ਰਿਕਾਰਡ ਕਰ ਦਿੰਦੇ ਆ ਸਾਰੀ ਇਨਫੋਰਮੇਸ਼ਨ ਨੂੰ ਅਤੇ ਬੈਂਕ ਦੇ ਵਿੱਚ ਜਾ ਕੇ ਉਹ ਚੈੱਕ ਆ ਜਿਹੜਾ ਉਹ ਸਬਮਿਟ ਕਰਵਾ ਦਿੰਦੇ ਆ ਔਰ ਉਸ ਦੀ ਹੈਲਪ ਦੇ ਨਾਲ 2 ਵਾਰੀ ਸਾਈਨ ਕਰ ਦਿੰਦੇ ਆ ਚੈੱਕ ਦੇ ਪਿੱਛੇ। ਤਾਂ ਉਹ ਚੈੱਕ ਦੀ ਹੈਲਪ ਦੇ ਨਾਲ ਜੋ ਵੀ ਸਾਡੀ ਅਮਾਊਂਟ ਆ ਜੋ ਅਸੀਂ ਟ੍ਰਾਂਸਫਰ ਕਰਨਾ ਚਾਹੁੰਦੇ ਹਾਂ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟ੍ਰਾਂਸਫਰ ਹੋ ਜਾਂਦੀ ਆ, ਠੀਕ ਹੈ। ਸੋ ਸੈਕਿੰਡ ਪੇ ਇਨ ਸਲਿੱਪ ਪਹਿਲਾ ਸੀਗਾ ਇੰਟਰਨਲ ਸੋਰਸ ਆਫ ਪੇਮੈਂਟ ਦਾ ਵਾਊਚਰ ਦੇ ਜ਼ਰੀਏ, ਠੀਕ ਹੈ। ਚੈੱਕ ਹੈ ਜਿਹੜਾ ਉਹ ਸੈਕਿੰਡ ਆ, ਠੀਕ ਹੈ। ਥਰਡ ਆਪਾਂ ਦੇਖਦੇ ਹਾਂ ਹੁਣ ਸਾਡੇ ਕੋਲ ਆ ਜਾਣਗੇ ਅਕਾਊਂਟਿੰਗ ਵਾਊਚਰਸ, ਠੀਕ ਹੈ। ਦੋ ਹੀ ਪਾਰਟ ਸੀ ਉਸ ਇੰਟਰਨਲ ਸੋਰਸ ਆਫ ਵਾਊਚਰ ਦੇ। ਪਹਿਲਾ ਸੀਗਾ ਪੇ ਇਨ ਸਲਿੱਪ, ਸੈਕਿੰਡ ਸੀ ਚੈੱਕ। ਥਰਡ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਹੈ ਅਕਾਊਂਟਿੰਗ ਵਾਊਚਰ ਦੀ। ਹੁਣ ਅਕਾਊਂਟਿੰਗ ਵਾਊਚਰ ਕੀ ਹੁੰਦੇ ਹੈ, ਠੀਕ ਹੈ। ਪਹਿਲਾਂ ਸੀ ਸਾਡੇ ਕੋਲ ਸਿਰਫ ਔਰ ਸਿਰਫ ਵਾਊਚਰ, ਹੁਣ ਹੈ ਅਕਾਊਂਟਿੰਗ ਵਾਊਚਰ। ਅਕਾਊਂਟਿੰਗ ਵਾਊਚਰ ਆ ਜਿਹੜਾ ਉਹ ਸੈਕਿੰਡ ਪਾਰਟ ਆ ਵਾਊਚਰ ਦਾ। ਜਿਵੇਂ ਪਹਿਲਾਂ ਇਕੱਲਾ ਵਾਊਚਰ ਆ ਜਾਂਦਾ, ਫਿਰ ਆ ਜਾਂਦਾ ਅਕਾਊਂਟਿੰਗ ਵਾਊਚਰ, ਠੀਕ ਹੈ, ਜਿਹਦਾ ਬੇਸਿਕਲੀ ਲੈਣਾ ਦੇਣਾ ਜਾਂ ਲੈਣ ਦੇਣ ਜਿਹੜਾ ਕਰਿਆ ਜਾਂਦਾ ਅਕਾਊਂਟਸ ਦੀ ਡਿਟੇਲ ਦੇ ਨਾਲ ਰਿਲੇਟ ਕਰਦਾ ਹੈ।
ਹੁਣ ਇਹ ਸਕੈਂਡਰੀ ਵਾਊਚਰ ਹੋਊਗਾ ਜਿਹੜਾ ਕਿ ਸਾਨੂੰ ਪਹਿਲਾਂ ਮਿਲੇ ਹੋਏ ਵਾਊਚਰ ਦੇ ਜ਼ਰੀਏ ਉਹਦੇ ਇਨਫੋਰਮੇਸ਼ਨ ਇਕੱਠਾ ਕਰਨ ਤੋਂ ਬਾਅਦ ਫਿਲ ਕੀਤਾ ਜਾਂਦਾ। ਇਹਦੇ ਵਿੱਚ ਜਿਹੜਾ ਅਕਾਊਂਟੈਂਟ ਹੁੰਦਾ ਕਿਸੇ ਸੰਸਥਾ ਦਾ, ਔਰ ਉਹ ਕੀ ਕਰਦਾ ਹੈਗਾ, ਜਾਂ ਜਿਹੜਾ ਕਾਊਂਟਰ ਪਰਸਨ ਹੁੰਦਾ, ਠੀਕ ਹੈ, ਉਹ ਸਾਈਨ ਕਰਦਾ। ਸਾਈਨ ਉਹ ਕਰਦਾ ਹੈ ਜਿਹਦੇ ਵਿੱਚ ਉਹ ਇਹ ਕਲੈਰੀਫਾਈ ਕਰ ਦਿੰਦਾ ਕਿ ਜੋ ਐਂਟਰੀਜ਼ ਇੱਥੇ ਮੇਰੇ ਕੋਲੇ ਨੋਟ ਹੋਈਆਂ ਨੇ, ਠੀਕ ਹੈ, ਉਹੀ ਐਂਟਰੀਆਂ ਜਿਹੜੀਆਂ ਵਾਊਚਰ ਦੇ ਵਿੱਚੋਂ ਕਲੀਅਰ ਹੋ ਜਾਣਗੀਆਂ, ਜਾਂ ਵਾਊਚਰ ਦੀ ਜੋ ਇਨਫੋਰਮੇਸ਼ਨ ਆ ਉਹ ਸਾਰੀ ਉਹ ਆਪਣੇ ਅਕਾਊਂਟਸ ਦੇ ਵਿੱਚ ਰਿਕਾਰਡ ਕਰ ਲੈਂਦੇ ਆ ਕਿ ਇਹ ਜਿਹੜੀ ਪੇਮੈਂਟ ਆ ਸਾਡੇ ਕੋਲੋਂ ਚਲੀ ਗਈ ਆ ਜਾਂ ਸਾਨੂੰ ਮਿਲ ਚੁੱਕੀ ਆ। ਉਹ ਪ੍ਰੋਪਰ ਆਪਣੀਆਂ ਬੁੱਕਸ ਆਫ ਅਕਾਊਂਟ ਦੇ ਵਿੱਚ ਰਿਕਾਰਡ ਕਰਕੇ ਉਹਨਾਂ ਚੀਜ਼ਾਂ ਨੂੰ ਸਾਈਨ ਕਰ ਦਿੰਦੇ ਆ, ਠੀਕ ਹੈ। ਹੁਣ ਇਸ ਚੀਜ਼ ਦੇ ਕੁਝ ਫੀਚਰਸ ਨੇ, ਵਿਸ਼ੇਸ਼ਤਾਵਾਂ ਜਿਹਨੂੰ ਅਸੀਂ ਬੋਲਦੇ ਹਾਂ, ਠੀਕ ਹੈ। ਉਹ ਫੀਚਰਸ ਦੇਖੋ, ਇਹ ਜਿਹੜੇ ਅਕਾਊਂਟਿੰਗ ਵਾਊਚਰ ਹੁੰਦੇ ਆ ਬਾਕੀ ਵਾਊਚਰ ਦੀ ਤਰ੍ਹਾਂ ਇਹ ਵੀ ਇੱਕ ਰਿਟਨ ਦੇ ਵਿੱਚ ਹੀ ਹੁੰਦੇ ਆ, ਠੀਕ ਹੈ। ਔਰ ਇਹ ਐਵੀਡੈਂਸ ਦੇ ਤੌਰ 'ਤੇ ਬਣਾਏ ਜਾਂਦੇ ਕਿਸੇ ਵੀ ਕੰਮ ਨੂੰ ਕਰਨ ਦੇ ਸਬੂਤ ਦੇ ਤੌਰ 'ਤੇ। ਹੁਣ ਜਿਵੇਂ ਪਹਿਲਾ ਵਾਊਚਰ ਸੀਗਾ, ਸਿੰਪਲ ਵਾਊਚਰ ਸੀਗਾ, ਉਹ ਐਜ਼ ਅ ਐਵੀਡੈਂਸ ਅਸੀਂ ਵਰਤ ਸਕਦੇ ਹਾਂ। ਤਾਂ ਦੂਸਰਾ ਜਿਹੜਾ ਸਾਡੇ ਕੋਲ ਅਕਾਊਂਟਿੰਗ ਵਾਊਚਰ ਆ ਉਹ ਜ਼ਿਆਦਾ ਬੈਨੀਫੀਸ਼ੀਅਲ ਅਕਾਊਂਟਿੰਗ ਵਾਊਚਰ ਹੁੰਦਾ, ਕਿਉਂਕਿ ਉਹਦੇ ਵਿੱਚ ਜਿਹੜਾ ਇੱਕ ਅਕਾਊਂਟੈਂਟ ਆ ਉਹਦੇ ਵੀ ਸਾਈਨ ਹੁੰਦੇ ਆ। ਅਕਾਊਂਟੈਂਟ ਹਰ ਇੱਕ ਚੀਜ਼ ਨੂੰ ਕਲੈਰੀਫਾਈ ਕਰਦਾ ਕਿ ਇਹ ਇਨਫੋਰਮੇਸ਼ਨ ਵੈਲਿਡ ਆ, ਸਹੀ ਆ, ਅਤੇ ਉਹ ਉਸ ਚੀਜ਼ ਨੂੰ ਸਾਈਨ ਕਰਦਾ। ਫਿਰ ਉਹਦੇ ਵਿੱਚ ਐਨਾਲਾਈਜ਼ ਕੀਤਾ ਜਾਂਦਾ, ਚੈੱਕ ਕੀਤਾ ਜਾਂਦਾ, ਠੀਕ ਹੈ, ਆਪਸ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਹੈ ਕਿ ਦੋ ਵੈਲਿਊਜ਼ ਆ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹ ਸਹੀ ਨੇ, ਉਹਦੇ ਵਿੱਚ ਕੋਈ ਗਲਤੀ ਨਹੀਂ ਹੈ। ਨੈਕਸਟ ਹੈ ਜਿਹੜੇ ਅਕਾਊਂਟਿੰਗ ਵਾਊਚਰਸ ਪ੍ਰਪੇਅਰ ਕੀਤੇ ਜਾਂਦੇ ਆ, ਠੀਕ ਹੈ, ਉਹ ਜ਼ਿਆਦਾਤਰ ਅਕਾਊਂਟੈਂਟ ਹੀ ਸਾਈਨ ਕਰਦੇ ਆ, ਜਾਂ ਜੋ ਵੀ ਕਾਊਂਟਰ ਸਾਈਨ ਜਿਹੜਾ ਪਰਸਨ ਹੋਏਗਾ ਅਪੋਇੰਟ ਕੀਤਾ ਹੋਏਗਾ, ਠੀਕ ਹੈ, ਉਹਦੇ ਦੁਆਰਾ ਹੀ ਸਾਈਨ ਕੀਤੇ ਜਾਂਦੇ ਆ। ਕਈ ਵਾਰੀ ਇਹ ਸਾਈਨ ਹੈ ਜਿਹੜੇ ਮੈਨੇਜਿੰਗ ਅਥਾਰਟੀ ਜਾਂ ਜੇ ਕੋਈ ਵੀ ਅਥਾਰਟੀ ਜਿਹੜੀ ਹੁੰਦੀ ਆ, ਠੀਕ ਹੈ, ਹੈੱਡ ਆਫ ਦੀ ਡਿਪਾਰਟਮੈਂਟ, ਉਹ ਸਾਈਨ ਕਰਦੀ ਆ, ਤਾਂ ਕਿ ਇਹ ਕਲੀਅਰ ਹੋ ਜਾਏ ਕਿ ਜਿਹੜੀ ਪੇਮੈਂਟ ਗਈ ਹੈ ਜਾਂ ਮਿਲੀ ਆ ਉਹ ਇੱਕਦਮ ਸਹੀ ਆ। ਉਹਨੂੰ ਐਜ਼ ਅ ਐਵੀਡੈਂਸ ਤੁਸੀਂ ਵਰਤ ਸਕਦੇ ਆ, ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਇਲੀਗਲ ਟ੍ਰਾਂਜੈਕਸ਼ਨ ਨਹੀਂ ਆ, ਠੀਕ ਹੈ। ਸੋ ਇਹ ਸਾਰੀ ਇਨਫੋਰਮੇਸ਼ਨ ਆ ਜਿਹੜੀ ਅਕਾਊਂਟਿੰਗ ਵਾਊਚਰ ਨੂੰ ਪ੍ਰਪੇਅਰ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਆ, ਜੋ ਸਾਡੇ ਕੋਲੇ ਪਹਿਲੇ ਵਾਊਚਰ ਦੇ ਵਿੱਚ ਅਸੀਂ ਖੁਦ ਨੋਟ ਕਰਦੇ ਹਾਂ। ਨੈਕਸਟ ਹੈ ਸਾਡੇ ਕੋਲੇ ਕਲਾਸੀਫਿਕੇਸ਼ਨ ਆਫ ਅਕਾਊਂਟਿੰਗ ਵਾਊਚਰ। ਹੁਣ ਜਿਹੜੇ ਅਕਾਊਂਟਿੰਗ ਵਾਊਚਰਸ ਹੁੰਦੇ ਨੇ ਉਹ ਦੋ ਟਾਈਪ ਦੇ ਹੁੰਦੇ ਆ, ਇੱਕ ਤਾਂ ਹੋਣਗੇ ਕੈਸ਼ ਵਾਊਚਰ, ਇੱਕ ਹੋਣਗੇ ਨੌਨ ਕੈਸ਼ ਵਾਊਚਰ। ਇੱਕ ਯਾਨੀ ਕਿ ਪੈਸੇ ਦੇ ਵਿੱਚ ਹੋਣਗੇ, ਦੂਸਰੇ ਪੈਸੇ ਦੇ ਵਿੱਚ ਨਹੀਂ ਹੋਣਗੇ, ਠੀਕ ਹੈ, ਇਹਨੂੰ ਡੈਬਿਟ ਵਾਊਚਰ ਵੀ ਬੋਲ ਦਿੰਦੇ ਆ। ਜੋ ਕੈਸ਼ ਵਾਊਚਰ ਆ ਉਹ ਇੱਕ ਤਰ੍ਹਾਂ ਦਾ ਵਾਊਚਰ ਹੋਏਗਾ ਕਿ ਜੋ ਐਟ ਏ ਟਾਈਮ 'ਤੇ ਹੀ ਪ੍ਰਪੇਅਰ ਕੀਤਾ ਜਾਊਗਾ। ਜਦੋਂ ਵੀ ਕੋਈ ਪੇਮੈਂਟ ਜਾਂ ਰਿਸਿਪਟ ਹੋਏਗੀ, ਮੰਨ ਲਓ ਕਿ ਪਰਸਨ ਬੈਂਕ ਦੇ ਵਿੱਚ ਜਾਂਦਾ ਹੈ ਪੇਮੈਂਟ ਕਢਵਾਉਣ ਦੇ ਲਈ, ਉਹ ਜਿਹੜਾ ਕੈਸ਼ ਵਾਊਚਰ ਹੋਊਗਾ ਉਹਨੂੰ ਉੱਥੇ ਹੀ ਖੜੇ ਮਿਲੇਗਾ, ਠੀਕ ਹੈ, ਔਰ ਉਹੀ ਵਾਊਚਰ ਉਹਨੇ ਵਿਦਿਨ 5 ਔਰ 10 ਮਿੰਟਸ ਦੇ ਵਿੱਚ ਫਿਲ ਕਰਕੇ ਵਾਪਸ ਬੈਂਕ ਨੂੰ ਦੇਣਾ ਹੋਏਗਾ, ਠੀਕ ਹੈ। ਤਾਂ ਇੱਕ ਤਰ੍ਹਾਂ ਦੀ ਪੇਮੈਂਟ ਪੇ ਕਰਨ ਦਾ ਵੇ ਆ ਜਿਹਦੇ ਵਿੱਚ ਰਿਸਿਪਟ ਔਰ ਪੇਮੈਂਟ ਕਰਨ ਦੇ ਲਈ ਉਹਨੂੰ ਕੈਸ਼ ਵਾਊਚਰ ਹੈ ਜਿਹੜਾ ਉੱਥੇ ਹੀ ਮਿਲ ਜਾਂਦਾ, ਠੀਕ ਹੈ। ਥਰੂ ਆਊਟ ਦੀ ਚੈੱਕ ਵੀ ਹੋ ਸਕਦਾ ਹੈ, ਬਟ ਉਹਨੂੰ ਉੱਥੇ ਖੜੇ ਹੀ ਜਿਹੜਾ ਕੈਸ਼ ਵਾਊਚਰ ਆ ਫਿਲ ਕਰਕੇ ਦੇਣਾ ਪੈਂਦਾ ਹੈ। ਜੋ ਡੈਬਿਟ ਵਾਊਚਰ ਹੋਏਗਾ ਜਿਹਨੂੰ ਅਸੀਂ ਨਾਨ ਕੈਸ਼ ਵਾਊਚਰ ਕਹਿੰਦੇ ਆ, ਠੀਕ ਹੈ, ਇਹ ਐਵੀਡੈਂਸ ਹੁੰਦਾ ਹੈ, ਡਾਕੂਮੈਂਟਰੀ ਐਵੀਡੈਂਸ ਬੋਲਦੇ ਇਸ ਵਾਊਚਰ ਨੂੰ, ਠੀਕ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪਹਿਲਾਂ ਇਹਨੂੰ ਪ੍ਰਪੇਅਰ ਕੀਤਾ ਜਾਂਦਾ ਵਾਊਚਰ ਨੂੰ, ਜਿਹਦੇ ਵਿੱਚ ਸਾਰੀਆਂ ਪੇਮੈਂਟਸ ਜਾਂ ਕੋਈ ਰਿਸਿਪਟ ਆ ਜਿਹੜੀਆਂ ਉਹ ਰਿਕਾਰਡ ਕਰਨ ਦੇ ਲਈ ਉਹਨੂੰ ਪ੍ਰਪੇਅਰ ਕੀਤਾ ਜਾਂਦਾ, ਵੀ ਪੂਰੀ ਇਨਫੋਰਮੇਸ਼ਨ ਡਿਟੇਲ ਦੇ ਵਿੱਚ ਜਿਵੇਂ ਸਿੰਪਲ ਵਾਊਚਰ ਦੇ ਵਿੱਚ ਲਿਖੀ ਜਾਂਦੀ ਹੈ ਉਹਨੂੰ ਰਿਕਾਰਡ ਕੀਤਾ ਜਾਂਦਾ। ਬਟ ਇਹ ਪੇਮੈਂਟ ਜਿਹੜੇ ਵਾਊਚਰਸ ਹੋਣਗੇ ਉਹ ਪਹਿਲਾਂ ਪ੍ਰਪੇਅਰ ਕੀਤੇ ਜਾਂਦੇ, ਐਟ ਏ ਟਾਈਮ ਨਹੀਂ ਹੁੰਦੇ, ਠੀਕ ਹੈ। ਔਰ ਇਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਗੁੱਡਸ ਜਿਹੜੀਆਂ ਕਿਤੋਂ ਪਰਚੇਜ਼ ਹੋਈਆਂ, ਕਿਹਨੂੰ ਪੈਸੇ ਦੇਣੇ ਆ, ਕੌਣ ਡੈਬਿਟਰ ਆ, ਕੌਣ ਕ੍ਰੈਡੀਟਰ ਆ, ਠੀਕ ਹੈ, ਐਡਵਾਂਸ ਦੇ ਵਿੱਚ ਆ ਰਹੀ ਆ ਕਿ ਨਹੀਂ ਆ ਰਹੀਆਂ ਪੇਮੈਂਟਸ, ਇਹ ਹਰ ਇੱਕ ਚੀਜ਼ ਨੂੰ ਕਲੈਰੀਫਾਈ ਕੀਤਾ ਜਾਂਦਾ ਹੈ। ਜਿਹੜੇ ਵਾਊਚਰਸ ਪ੍ਰਪੇਅਰ ਕੀਤੇ ਜਾਂਦੇ ਆ ਅਕਾਊਂਟਿੰਗ ਵਾਊਚਰ, ਉਹ ਇੱਕ ਫ੍ਰੀ ਟਾਈਮ ਦੇ ਵਿੱਚ ਪ੍ਰਪੇਅਰ ਕੀਤੇ ਜਾਂਦੇ ਆ, ਜਲਦਬਾਜ਼ੀ ਦੇ ਵਿੱਚ ਨਹੀਂ ਪ੍ਰਪੇਅਰ ਕੀਤੇ ਜਾਂਦੇ, ਕਿਉਂਕਿ ਇਹਨਾਂ ਨੂੰ ਐਜ਼ ਅ ਸਬੂਤ ਰੱਖਣਾ ਹੁੰਦਾ। ਤਾਂ ਕ੍ਰੋਸ ਚੈਕਿੰਗ ਆ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਐਜ਼ ਅ ਐਵੀਡੈਂਸ ਰੱਖਣ ਦੇ ਲਈ। ਉਹਦੀ ਇਨਫੋਰਮੇਸ਼ਨ ਨੂੰ ਪ੍ਰੋਪਰਲੀ ਚੈੱਕ ਕਰਨਾ ਕਿ ਜੋ ਅਸੀਂ ਪਰਸਨ ਨੂੰ ਲਿਖ ਕੇ ਦੇ ਰਹੇ ਹਾਂ ਜਾਂ ਜੋ ਅਸੀਂ ਖੁਦ ਲਿਖ ਰਹੇ ਹਾਂ ਉਹ ਸਾਰਾ ਸਹੀ ਹੈ ਜਾਂ ਗਲਤ। ਨੈਕਸਟ ਹੈ ਕੰਟੈਂਟ। ਹੁਣ ਜਿਹੜਾ ਡੈਬਿਟ ਵਾਊਚਰ ਜਿਹਦੀ ਗੱਲ ਕਰਦੇ ਆ, ਵੀ ਡੈਬਿਟ ਵਾਊਚਰ ਆ ਜਿਹੜਾ ਉਹ ਚੈੱਕ ਕੀਤਾ ਜਾਂਦਾ, ਪੇਮੈਂਟ ਵਗੈਰਾ ਦੇਖੀ ਜਾਂਦੀ ਆ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਚੰਗੀ ਤਰ੍ਹਾਂ ਲਿਖੀਆਂ ਜਾਂਦੀਆਂ। ਇੱਕ ਤਾਂ ਹੋਏਗਾ ਪਰਸਨ ਦਾ ਨੇਮ ਔਰ ਐਡਰੈਸ, ਠੀਕ ਹੈ, ਫੁੱਲ ਜਿਹੜੀ ਉਹਦੀ ਇਨਫੋਰਮੇਸ਼ਨ ਜਿਹੜੀ ਲਿਖੀ ਜਾਏਗੀ। ਫਿਰ ਕਿਹੜੀ ਤਰੀਕ ਨੂੰ ਵਾਊਚਰ ਪ੍ਰਪੇਅਰ ਕੀਤਾ ਜਾ ਰਿਹਾ, ਠੀਕ ਹੈ, ਵਾਊਚਰਸ ਦੇ ਨੰਬਰ ਹੁੰਦੇ ਆ, ਹਰ ਇੱਕ ਚੀਜ਼ ਦਾ ਨੰਬਰ ਹੁੰਦਾ, ਸੀਰੀਜ਼ ਵਾਈਜ਼ ਚੱਲਦੇ ਆ, ਸੀਰੀਅਲ ਵਾਈਜ਼, ਤਾਂ ਉਹ ਕਿਹੜਾ ਨੰਬਰ ਹੋਏਗਾ ਉਹ ਲਿਖਿਆ ਜਾਏਗਾ। ਟਾਈਟਲ ਕੀ ਆ, ਠੀਕ ਹੈ, ਅਕਾਊਂਟਿੰਗ
ਜੋ ਸਾਡੇ ਕੋਲ ਡੈਬਿਟ ਹੋ ਰਹੀ ਹੈ ਇਨਫੋਰਮੇਸ਼ਨ ਸੇਲ ਦੀ ਹੋ ਰਹੀ ਹੈ, ਪਰਚੇਜ਼ ਦੀ ਹੋ ਰਹੀ ਆ, ਕਿਹੜੀ ਚੀਜ਼ ਦੀ ਹੋ ਰਹੀ ਆ, ਅਮਾਊਂਟ ਦਾ ਜਾਂ ਨੇਮ ਦਾ, ਜੋ ਵੀ ਆਪਣੇ ਕੋਲ ਅਮਾਊਂਟ ਆ, ਨੈਟ ਅਮਾਊਂਟ ਆ, ਜਾਂ ਕੋਈ ਸਾਡੇ ਕੋਲ ਸਿੰਪਲ ਅਮਾਊਂਟ ਆ, ਟ੍ਰਾਂਜੈਕਸ਼ਨ ਆ, ਉਹ ਕਿਹੜੀ ਆ, ਕਿਸ ਬੇਸ ਦੇ ਨਾਲ ਆ, ਉਹ ਲਿਖਿਆ ਜਾਏਗਾ। ਠੀਕ ਹੈ। ਨਰੇਸ਼ਨ ਦਾ ਮਤਲਬ ਹੁੰਦਾ ਕਿ ਥੋੜ੍ਹੀ ਜਿਹੀ ਜਾਣਕਾਰੀ ਦੇਣੀ, ਜਿਹਦੇ ਵਿੱਚ ਅਸੀਂ ਬ੍ਰੈਕਟ ਦੇ ਵਿੱਚ ਥੋੜ੍ਹਾ ਜਿਹਾ ਇਨਫੋਰਮੇਸ਼ਨ ਲਿਖ ਦਿੰਦੇ ਹਾਂ ਕਿ ਗੁੱਡਸ ਆਰ ਪਰਚੇਜ਼ਡ ਫਰੋਮ, ਇੱਕ ਜਿਹੜਾ ਸੈਲਰ ਹੋਊਗਾ ਉਹਦਾ ਨਾਮ, ਠੀਕ ਹੈ, ਕਿੰਨੀ ਪੇਮੈਂਟ ਕਿੰਨੇ ਰੇਟ ਦੇ ਵਿੱਚ ਖਰੀਦੀਆਂ ਗਈਆਂ, ਉਹ ਥੋੜ੍ਹੀ ਜਿਹੀ ਬਰੀਫ ਜਿਹੜੀ ਡਿਟੇਲ ਇਨਫੋਰਮੇਸ਼ਨ ਆ ਰਿਟਨ ਦੇ ਵਿੱਚ ਲਿਖੀ ਜਾਂਦੀ ਆ। ਸਿਗਨੇਚਰ ਜਿਹੜਾ ਉਹਨੂੰ ਬਣਾ ਰਿਹਾ, ਠੀਕ ਹੈ, ਜਿਹਦੀ ਅਥੋਰਿਟੀ ਦੇ ਵਿੱਚ ਬਣਿਆ, ਯਾਨੀ ਕਿ ਜਿਹੜਾ ਪਰਸਨ ਉਸ ਟਾਈਮ 'ਤੇ ਹੈੱਡ ਆਫ ਦੀ ਡਿਪਾਰਟਮੈਂਟ ਹੋਊਗਾ ਉਹਦੇ ਸਾਈਨ, ਠੀਕ ਹੈ। ਕੋਈ ਸਪੋਰਟਿੰਗ ਵਾਊਚਰ, ਜਿਵੇਂ ਕੋਈ ਪਹਿਲਾਂ ਕੋਈ ਸਿੰਪਲ ਵਾਊਚਰ ਪਿਆ ਏ, ਠੀਕ ਹੈ, ਜਾਂ ਜਿਹਦੇ ਵਿੱਚ ਪਹਿਲਾਂ ਕੋਈ ਸੇਲ ਪਰਚੇਜ਼ ਹੋਈ ਹੈ, ਜਾਂ ਕੋਈ ਪਹਿਲਾਂ ਪੈਸੇ ਕਢਵਾਏ ਆ ਜਾਂ ਦਿੱਤੇ ਗਏ ਆ, ਉਹਦੇ ਰਿਲੇਟਿਡ ਕੋਈ ਵੀ ਵਾਊਚਰ ਜਾਂ ਕੋਈ ਚੈੱਕ ਪਿਆ ਹੋਵੇ, ਪੇਨ ਸਲਿੱਪ ਪਈ ਹੋਵੇ, ਉਹ ਹੈ ਤਾਂ ਉਹਨੂੰ ਨਾਲ ਅਟੈਚ ਕਰ ਦੇਣਾ। ਠੀਕ ਹੈ। ਕੋਈ ਹੋਰ ਡਾਕੂਮੈਂਟ ਜਿਹੜਾ ਵਾਊਚਰ ਦੇ ਨਾਲ ਸਪੋਰਟ ਕਰਦਾ ਹੋਵੇ, ਜੋ ਵੀ ਇਨਫੋਰਮੇਸ਼ਨ ਡਾਕੂਮੈਂਟ ਸਾਨੂੰ ਚਾਹੀਦੇ ਆ ਉਹ ਆਪਾਂ ਨਾਲ ਹੀ ਨਾਲ ਅਟੈਚ ਕਰ ਦੇਣੇ ਆ, ਉਹਦੇ ਨਾਲ ਬਿਲਕੁਲ ਸਪੋਰਟ ਕਰ ਦੇਣੇ ਆ। ਠੀਕ ਹੈ। ਹੁਣ ਇਹ ਕੰਟੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਵਾਊਚਰ ਦੇ ਵਿੱਚ। ਅਗਰ ਇਹ ਕੰਟੈਂਟ ਹੈ, ਇਟ ਮੀਨਸ ਕਿ ਸਾਡਾ ਵਾਊਚਰ ਹੈ ਜਿਹੜਾ ਪੂਰੀ ਤਰ੍ਹਾਂ ਰੈਡੀ ਆ। ਹੁਣ ਅਸੀਂ ਇਹਨੂੰ ਕਸਟਮਰ ਦੇ ਲਈ ਰੱਖ ਸਕਦੇ ਹਾਂ, ਜਾਂ ਆਪਣੇ ਲਈ ਰੱਖ ਸਕਦੇ ਹਾਂ ਐਜ਼ ਅ ਸੇਫ ਸਾਈਡ, ਕਿ ਜੇ ਸਾਨੂੰ ਇਨ ਕੇਸ ਕੋਰਟ ਦੇ ਵਿੱਚ ਇਹਨਾਂ ਨੂੰ ਐਜ਼ ਅ ਐਵੀਡੈਂਸ ਸ਼ੋ ਕਰਨਾ ਪਿਆ ਤਾਂ ਅਸੀਂ ਬਿਨਾਂ ਕਿਸੇ ਡਾਊਟ ਤੋਂ ਇਹਨਾਂ ਨੂੰ ਸ਼ੋ ਕਰ ਸਕਦੇ ਹਾਂ। ਨੈਕਸਟ ਹੈ ਫਾਰਮੈਟ ਆਫ ਡੈਬਿਟ ਵਾਊਚਰ। ਅੱਜ ਇੰਨਾ ਹੀ ਕਰਾਂਗੇ ਫਾਰਮੈਟ ਤੱਕ, ਕਿ ਹੁਣ ਸਾਡੇ ਕੋਲ ਫਾਰਮੈਟ ਕਿਸ ਤਰੀਕੇ ਦਾ ਹੋਏਗਾ। ਇਸ ਸਾਈਡ ਦੇ ਵਿੱਚ ਆਪਣੇ ਕੋਲ ਇੱਕ ਰਿਸਿਪਟ ਹੋਏਗੀ, ਠੀਕ ਹੈ। ਇਹਦੇ ਵਿੱਚ ਜੋ ਸਾਡੇ ਕੋਲ ਰਿਸਿਪਟ ਹੋਏਗੀ ਉਹਦੇ ਵਿੱਚ ਅਸੀਂ ਰੈਵਨਿਊ ਦੀ ਸਟੈਂਪ ਜਿਹੜੀ ਲਗਾਉਣੀ ਆ, ਠੀਕ ਹੈ। ਇੱਥੇ ਸਟੈਂਪ ਲੱਗੇਗੀ ਪੂਰੀ ਡਿਟੇਲ ਫਿਲ ਕਰਕੇ, ਕਿੰਨੇ ਪੈਸੇ ਰਿਸੀਵ ਹੋਏ ਆ, ਉੱਪਰ ਪਰਸਨ ਦਾ ਨਾਮ, ਕੰਪਨੀ ਦਾ ਨਾਮ, ਵਾਊਚਰ ਨੰਬਰ ਜੋ ਕਿਹਾ ਸੀ, ਠੀਕ ਹੈ। ਇਸ ਤਰੀਕੇ ਦਾ ਵਾਊਚਰ ਨੰਬਰ ਹੋਏਗਾ, ਕੋਈ ਤਰੀਕ, ਠੀਕ ਹੈ। ਔਰ ਉਸ ਤੋਂ ਇਲਾਵਾ ਸਾਡੇ ਕੋਲ ਜੋ ਰੇਟ ਆ, ਵੈਲਿਊ ਆ, ਉਹਦੇ ਨਾਲ ਨਾਲ ਕੀ ਇਨਪੁਟ ਟੈਕਸ ਲਗਾਇਆ ਜਾ ਰਿਹਾ, ਕੀ ਆਊਟਪੁੱਟ ਟੈਕਸ ਲਗਾਇਆ ਜਾ ਰਿਹਾ, ਠੀਕ ਹੈ। ਇੱਥੇ ਮੈਨੇਜਰ ਦੇ ਜੋ ਵੀ ਸਾਡੇ ਕੋਲ ਸਾਈਨ ਹੋਣਗੇ, ਇੱਥੇ ਅਕਾਊਂਟੈਂਟ ਦੇ ਮੈਨੇਜਿੰਗ ਅਥੋਰਿਟੀ, ਠੀਕ ਹੈ, ਇੱਥੇ ਅਕਾਊਂਟੈਂਟ ਦੇ ਸਾਈਨ ਹੋਣਗੇ। ਪ੍ਰੋਪਰਲੀ ਸਾਈਨ ਕੀਤਾ ਹੋਇਆ ਵਾਊਚਰ ਹੀ ਵੈਲਿਡ ਆ, ਸਹੀ ਆ, ਠੀਕ ਹੈ। ਸੋ ਅੱਜ ਇੰਨਾ ਹੀ ਕਰਦੇ ਹਾਂ। ਨੈਕਸਟ ਵੀਡੀਓ ਦੇ ਵਿੱਚ ਬਾਕੀ ਦੇ ਰਹਿੰਦੇ ਪੁਆਇੰਟ ਕਵਰ ਕਰਾਂਗੇ। ਉਮੀਦ ਆ ਕਿ ਤੁਹਾਨੂੰ ਪੁਆਇੰਟ ਸਮਝ ਆਏ ਨੇ। ਅਗਰ ਕਿਸੇ ਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਪੁਆਇੰਟ ਦੇ ਵਿੱਚ ਜਾਂ ਟੌਪਿਕ ਦੇ ਵਿੱਚ, ਤੁਸੀਂ ਡਿਸਕਸ ਕਰ ਸਕਦੇ ਹੋ। ਥੈਂਕ ਯੂ। ਹੈਵ ਅ ਨਾਈਸ ਡੇ।